ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਜਾਣੀ ਕਿ ਰਾਜਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਾ ਇਹ ਲੈਸਨ 10ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। 10ਵੀਂ ਕਲਾਸ ਦਾ ਗਣਿਤ ਦਾ ਅਧਿਆਇ ਹੈ ਸਾਡੇ ਕੋਲ ਤਿਕੋਣਮਿਤੀ ਨਾਲ ਜਾਣ ਪਛਾਣ ਇੰਟਰੋਡਕਸ਼ਨ ਟੂ ਟ੍ਰਿਗਨੋਮੈਟਰੀ। ਤੋ ਇਹਦੇ ਵਿੱਚ ਅਸੀਂ ਲਾਸਟ ਲੈਸਨ 'ਚ ਪੂਰਕ ਕੋਣਾਂ ਦੇ ਤਿਕੋਣਮਿਤੀ ਅਨੁਪਾਤਾਂ ਦੇ ਬਾਰੇ ਆਪਾਂ ਚਰਚਾ ਕੀਤੀ ਸੀ, ਟ੍ਰਿਗਨੋਮੈਟਿਕ ਰੇਸ਼ੀਓਜ਼ ਆਫ ਕੰਪਲੀਮੈਂਟਰੀ ਐਂਗਲਸ। ਤੋ ਉਹਦੇ 'ਚ ਆਪਾਂ ਕੁਝ ਜਿਹੜੇ ਫਾਰਮੂਲੇ ਵੀ ਡਿਵੈਲਪ ਕੀਤੇ ਸੀਗੇ। ਅੱਜ ਦੇ ਇਸ ਲੈਸਨ ਵਿੱਚ ਅਸੀਂ ਉਹ ਸਾਰੇ ਜਿਹੜੇ ਰਿਲੇਸ਼ਨ ਨੇ ਪੂਰਕ ਕੋਣਾਂ ਦੇ ਤਿਕੋਣਮਿਤੀ ਅਨੁਪਾਤਾਂ ਦੇ ਵਿੱਚ ਉਹ ਅਸੀਂ ਸਵਾਲਾਂ ਦੇ ਵਿੱਚ ਕਿਵੇਂ ਯੂਜ਼ ਕਰਨੇ ਨੇ, ਉਹਦੇ ਤੇ ਬੇਸਡ ਉਹਦੇ ਤੇ ਆਧਾਰਿਤ ਸਵਾਲ 8.3 ਅਭਿਆਸ ਦੇ ਅੱਜ ਅਸੀਂ ਕਰਾਂਗੇ ਸੋਲਵ। ਠੀਕ ਹੈ, तो मैनू उम्मीद है कि लैसन के लिए तुसी तैयार हो, नोटबुक ते पेन वगैरह अपने को जरूर ले ले होंगे। तो आओ देखते हैं अज का पहला सवाल। तो पहला सवाल तुसी स्क्रीन ते देख सकते हो। हेठ लिखिया दा मुल पता करो। ये सब तो पहला जिहड़ा सवाल है साडे कोल साइन 18 डिग्री बटा कॉस 72 डिग्री। ਹੁਣ ਇਹਦੇ ਵਿੱਚ ਤੁਸੀਂ ਅਗਰ ਧਿਆਨ ਦੇ ਨਾਲ ਦੇਖੋ 18 ਤੇ 72 ਇਹ ਦੋਨੋਂ ਹੀ ਪੂਰਕ ਕੋਣ ਨੇ, ਦੋਨੋਂ ਕੰਪਲੀਮੈਂਟਰੀ ਐਂਗਲਸ ਨੇ, ਕਿਉਂਕਿ ਦੋਨਾਂ ਦਾ ਜੋੜ ਸਾਡੇ ਕੋਲ ਜਿਹੜਾ 90 ਡਿਗਰੀ ਬਣਦਾ। तो साइन 18 डिग्री ਨੂੰ ਅਸੀਂ ਲਿਖਾਂਗੇ cos 90 डिग्री माइनस 18 डिग्री। ठीक है, और हेठा ਜਿਹੜਾ cos 72 ਹੈ ਇਹ ਸਾਡੇ ਕੋਲ cos ਹੀ ਰਹੇਗਾ। ਅਸੀਂ ਦੋਨਾਂ ਦੇ ਵਿੱਚੋਂ ਇੱਕ ਨੂੰ ਚੇਂਜ ਕਰਨਾ ਹੈ, ਜਿਹਨੂੰ ਮਰਜ਼ੀ ਕਰ ਸਕਦੇ ਹਾਂ, ਚਾਹੇ ਅੰਸ਼ ਦੇ ਵਿੱਚ ਚਾਹੇ ਹਰ ਦੇ ਵਿੱਚ। ਠੀਕ ਹੈ, ਨਾਲ ਇੱਥੇ ਅਸੀਂ ਇਹਦਾ ਕਾਰਨ ਜ਼ਰੂਰ ਲਿਖਾਂਗੇ। ਇਵੇਂ ਅਸੀਂ ਕਿਉਂ ਕੀਤਾ ਹੈ, ਕਿਉਂਕਿ ਪਿਛਲੇ ਲੈਕਚਰ ਦੇ ਵਿੱਚ ਅਸੀਂ ਇਹ ਪੜ੍ਹ ਚੁੱਕੇ ਹਾਂ ਕਿ ਸਾਈਨ A ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ cos 90 डिग्री माइनस A ਦੇ ਬਰਾਬਰ ਹੁੰਦੀ ਹੈ। ਠੀਕ ਹੈ, तो 90 डिग्री ਦੇ ਵਿੱਚੋਂ ਜਦੋਂ ਅਸੀਂ 18 ਮਾਈਨਸ ਕਰਾਂਗੇ ਤਾਂ ਇਹ ਸਾਡੇ ਕੋਲ ਬਣੇਗਾ cos 72 डिग्री बटा cos 72 डिग्री। ठीक है, तो दोनों आपस कटे जाएंगे तो ਸਾਡੇ ਕੋਲ ਜਿਹੜਾ ਆਨਸਰ ਹੈ ਉਹ ਇੱਕ ਆ ਜਾਏਗਾ। ठीक है, तो इस ढंग ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ sin 18 डिग्री ਵਟਾ cos 72 डिग्री ਇਹਦੀ ਕੀਮਤ ਸਾਡੇ ਕੋਲ ਕਿੰਨੀ ਹੁੰਦੀ ਹੈ, 1 ਹੁੰਦੀ ਹੈ। ਇਹਦਾ ਮੁੱਲ ਜਿਹੜਾ ਉਹ ਅਸੀਂ ਇਸ ਢੰਗ ਦੇ ਨਾਲ ਪਤਾ ਕਰ ਸਕਦੇ ਹਾਂ। ਇਸ ਤੋਂ ਬਾਅਦ ਅਗਲੇ ਸਵਾਲ ਵੀ ਆਪਾਂ ਇਸੇ ਢੰਗ ਦੇ ਨਾਲ ਹੱਲ ਕਰ ਸਕਦੇ ਹਾਂ। ਜਿਵੇਂ 26 tan 26 डिग्री ਵਟਾ cot 64 डिग्री है, तो ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ 64 ਤੇ 26 डिग्री ਇਹ ਦੋਨੋਂ ਹੀ ਕੰਪਲੀਮੈਂਟਰੀ ਐਂਗਲਸ ਨੇ, ਦੋਨੋਂ ਹੀ ਪੂਰਕ ਕੋਣ ਨੇ। तो 26 ਨੂੰ 64 ਦੇ ਵਿੱਚ ਬਦਲਿਆ ਜਾ ਸਕਦਾ ਹੈ। ਕਿਵੇਂ ਬਦਲਿਆ ਜਾ ਸਕਦਾ ਹੈ? tan 26 ਦੀ ਜਗ੍ਹਾ ਤੇ ਅਸੀਂ cot 90 डिग्री माइनस 26 डिग्री ਲਿਖਾਂਗੇ। ਇਹ ਸਵਾਲ ਬਿਲਕੁਲ ਪਹਿਲੇ ਦੀ ਤਰ੍ਹਾਂ ਹੀ ਹੈ, ਇਹ ਤੁਸੀਂ ਆਪਣੇ ਆਪ ਜਿਹੜਾ ਕਰ ਲੋਗੇ ਬੜੀ ਆਸਾਨੀ ਦੇ ਨਾਲ ਹੋ ਜਾਏਗਾ। ਇਸ ਤੋਂ ਬਾਅਦ ਤੀਸਰਾ ਸਵਾਲ ਅਸੀਂ ਦੇਖਦੇ ਹਾਂ cos 48 डिग्री माइनस sin 42 डिग्री। cos 48 डिग्री माइनस sin 42 डिग्री। तो ਇਹਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ 48 डिग्री ਤੇ 42 डिग्री ਇਹ ਦੋਨੋਂ ਜਿਹੜੇ ਨੇ ਇਹ ਸਾਡੇ ਕੋਲ ਪੂਰਕ ਕੋਣ ਹੈ, ਦੋਨਾਂ ਦਾ ਜੋੜ ਸਾਡੇ ਕੋਲ 90 डिग्री ਹੈ। तो ਬੜੀ ਆਸਾਨੀ ਦੇ ਨਾਲ ਇਹ ਸਵਾਲ ਅਸੀਂ ਕਰ ਸਕਦੇ ਹਾਂ। ਇਹਦੇ ਵਿੱਚੋਂ ਜਿਹਨੂੰ ਮਰਜ਼ੀ ਅਸੀਂ ਚੇਂਜ, ਚਾਹੇ sin ਨੂੰ cos ਨੂੰ sin ਚੇਂਜ ਕਰ ਲਓ, ਚਾਹੇ sin ਨੂੰ cos ਦੇ ਵਿੱਚ ਚੇਂਜ ਕਰ ਲਓ। तो cos ਨੂੰ ਅਸੀਂ ਐਵੇਂ ਰਹਿਣ ਦਿੰਦੇ ਹਾਂ cos 48 डिग्री sin 42 ਦੀ ਜਗ੍ਹਾ ਤੇ ਅਸੀਂ ਲਿਖਾਂਗੇ ਇਹਦਾ ਪੂਰਕ ਕੋਣ ਤੇ ਨਾਲ ਜਿਹੜਾ ਅਨੁਪਾਤ ਹੈ ਉਹ ਵੀ ਬਦਲ ਜਾਏਗਾ, sin ਦੀ ਜਗ੍ਹਾ cos ਆ ਜਾਏਗਾ cos 90 डिग्री माइनस 42 डिग्री। ठीक है, ਇਹਦਾ ਕਾਰਨ ਵੀ ਅਸੀਂ ਨਾਲ ਇੱਥੇ ਲਿਖਾਂਗੇ ਕਿਉਂਕਿ sin A ਸਾਡੇ ਕੋਲ ਬਰਾਬਰ ਹੁੰਦਾ ਹੈ cos 90 डिग्री माइनस A ਦੇ। ठीक है, तो ਇਹ ਸਾਡੇ ਕੋਲ ਬਣ ਜਾਏਗਾ cos 48 डिग्री। ਇਸ ਤੋਂ ਬਾਅਦ cos, तो 90 ਦੇ ਵਿੱਚੋਂ ਜੇਕਰ ਅਸੀਂ 42 ਨੂੰ ਘਟਾਉਂਦੇ ਆ ਇਹ ਵੀ ਸਾਡੇ ਕੋਲ 48 डिग्री ਬਣ ਜਾਏਗਾ। तो cos 48 माइनस cos 48 ਇਹ ਸਾਡੇ ਕੋਲ ਬਣ ਜਾਏਗਾ 0। तो ਅਖੀਰ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ cos 48 डिग्री cos 48 डिग्री माइनस sin 42 डिग्री 42 डिग्री ਇਹ ਸਾਡੇ ਕੋਲ ਬਰਾਬਰ ਹੋਏਗਾ 0। ठीक है, तो ਇਹ ਸਾਡੇ ਕੋਲ ਉੱਤਰ ਹੈ ਤੀਜੇ ਸਵਾਲ ਦਾ। ਇਸ ਤੋਂ ਬਾਅਦ ਜਿਹੜਾ ਚੌਥਾ ਸਵਾਲ ਹੈ ਉਹ ਤੁਸੀਂ ਦੇਖ ਸਕਦੇ ਹੋ। ਚੌਥੇ ਦੇ ਵਿੱਚ 59 डिग्री ਤੇ 31 डिग्री ਇਹ ਵੀ ਦੋਨੋਂ ਸਾਡੇ ਕੋਲ ਪੂਰਕ ਕੋਣ ਨੇ, ਦੋਨੋਂ ਕੰਪਲੀਮੈਂਟਰੀ ਐਂਗਲਸ ਨੇ, ਦੋਨਾਂ ਦਾ ਜੋੜ ਜਿਹੜਾ 90 डिग्री ਦਾ ਹੈ। तो ਅਸੀਂ ਕੋਸੀਕੈਂਟ ਨੂੰ ਸੀਕੈਂਟ ਦੇ ਵਿੱਚ ਬਦਲ ਸਕਦੇ ਹਾਂ। ਕੋਸੀਕੈਂਟ ਨੂੰ ਅਸੀਂ 90 डिग्री माइनस 31 ਲਿਖੀਏ तो ਸਾਡੇ ਕੋਲ ਸੀਕੈਂਟ 90 डिग्री माइनस 31 ਹੋ ਜਾਏਗਾ।
या फिर सीकेंड ਨੂੰ ਕੋਸੀਕੈਂਟ 'ਚ ਬਦਲਿਆ ਜਾ ਸਕਦਾ ਹੈ। ਠੀਕ ਹੈ, तो ਇਹ ਵੀ ਸਵਾਲ ਚੌਥਾ ਜਿਹੜਾ ਤੁਸੀਂ ਆਪਣੇ ਆਪ ਕਰਨਾ ਹੈ, ਬਿਲਕੁਲ ਤੀਸਰੇ ਸਵਾਲ ਦੀ ਤਰ੍ਹਾਂ ਹੀ ਇਹਦਾ ਵੀ ਉੱਤਰ ਪ੍ਰਾਪਤ ਕੀਤਾ ਜਾ ਸਕਦਾ ਹੈ। ਠੀਕ ਹੈ, तो ਆਓ ਇਸ ਤੋਂ ਅੱਗੇ ਦੇਖਦੇ ਹਾਂ। ਇਸ ਤੋਂ ਬਾਅਦ ਸਾਡੇ ਕੋਲ ਦੋ ਸਵਾਲ ਨੇ ਦੂਜੇ ਭਾਗ ਦੇ ਵਿੱਚ। ਪਹਿਲਾ ਭਾਗ ਸਾਡੇ ਕੋਲ ਹੈ, ਅਸੀਂ ਇਹਦੇ ਚ ਸਿੱਧ ਕਰਨਾ ਹੈ ਕਿ tan 48 डिग्री गुणा tan 23 डिग्री गुणा tan 42 डिग्री गुणा tan 67 डिग्री ਇਹਨਾਂ ਦੀ ਜਿਹੜੀ ਕੀਮਤ ਹੈ ਨਾ ਸਭ ਦਾ ਜਿਹੜਾ ਪ੍ਰੋਡਕਟ ਹੈ ਗੁਣਨਫਲ ਹੈ ਉਹ ਸਾਡੇ ਕੋਲ ਇੱਕ ਦੇ ਸਮਾਨ ਹੋਏਗਾ। तो ਇਹਨੂੰ ਅਸੀਂ ਕਿਵੇਂ ਕਰਨਾ ਹੈ ਆਓ ਦੇਖਦੇ ਹਾਂ। ਇਹਦੇ ਚ ਅਸੀਂ ਖੱਬੇ ਪਾਸੇ ਨੂੰ ਲੈ ਕੇ ਸ਼ੁਰੂ ਕਰਾਂਗੇ ਤੇ ਖੱਬੇ ਪਾਸੇ ਦੀ ਕੀਮਤ ਫਿਰ ਸੱਜੇ ਪਾਸੇ ਦੇ ਬਰਾਬਰ ਅਸੀਂ ਸਿੱਧ ਕਰਾਂਗੇ। ਠੀਕ ਹੈ, तो ਸਵਾਲ 1 ਦਾ ਜਿਹੜਾ ਖੱਬਾ ਪਾਸਾ ਹੈ ਸਾਡੇ ਕੋਲ ਇਹ ਬਰਾਬਰ ਹੈ tan 48 डिग्री tan 23 डिग्री भाव 23 डिग्री, इस तो बाद tan 42 डिग्री ਤੇ tan 67 डिग्री। ठीक है, तो ਇਹਦੇ ਵਿੱਚ ਹੁਣ ਅਸੀਂ ਇਹ ਲੱਭਣੇ ਨੇ ਪੂਰਕ ਕੋਣ ਕਿਹੜੇ-ਕਿਹੜੇ ਨੇ। ਜਿਵੇਂ 48 ਤੇ 23 ਦੀ ਅਗਰ ਅਸੀਂ ਗੱਲ ਕਰੀਏ 48 23 ਇਹ ਸਾਡੇ ਕੋਲ 90 ਨਹੀਂ ਬਣੇਗਾ, ਇਹਦਾ ਮਤਲਬ ਇਹ ਦੋਨੋਂ ਕੋਣ ਤਾਂ ਪੂਰਕ ਕੋਣ ਨਹੀਂ ਨੇ। 48 डिग्री ਦੇ ਨਾਲ ਜੇਕਰ ਅਸੀਂ 42 डिग्री ਦੀ ਗੱਲ ਕਰੀਏ ਤਾਂ ਇਹ ਦੋਨੋਂ ਕੋਣ ਪੂਰਕ ਕੋਣ ਹੈਗੇ ਨੇ, ਕਿਉਂਕਿ ਇਹਨਾਂ ਦੋਨਾਂ ਦਾ ਜੋੜ ਸਾਡੇ ਕੋਲ 90 डिग्री ਬਣੇਗਾ। ਇਸੇ ਢੰਗ ਦੇ ਨਾਲ 23 डिग्री ਅਤੇ 67 डिग्री ਦਾ ਜੋੜ ਵੀ ਸਾਡੇ ਕੋਲ ਜਿਹੜਾ 90 डिग्री ਬਣਦਾ, ਇਹ ਦੋਨੋਂ ਵੀ ਪੂਰਕ ਕੋਣ ਨੇ। तो ਅਸੀਂ ਇਹਨਾਂ ਨੂੰ ਇਕੱਠੇ ਲਿਖ ਲੈਂਦੇ ਹਾਂ। ਇਹ ਸਾਡੇ ਕੋਲ ਬਣ ਜਾਏਗਾ tan 48 डिग्री गुणा tan 42 डिग्री। ठीक है, और इसी ढंग के नाल tan टेंजेंट ऑफ 23 डिग्री tan 23 डिग्री गुणा tan 67 डिग्री। ਹੁਣ ਅਸੀਂ ਇਹ ਜਿਹੜੇ ਪੂਰਕ ਕੋਣਾਂ ਵਾਲੇ ਅਨੁਪਾਤ ਨੇ ਇਹਨਾਂ ਦੇ ਵਿੱਚੋਂ ਇੱਕ ਇੱਕ ਅਨੁਪਾਤ ਨੂੰ ਅਸੀਂ ਆਪਣੇ ਜਿਹੜੇ ਨਿਯਮ ਨੇ ਰੂਲ ਨੇ ਅਸੀਂ ਕੀਤੇ ਨੇ ਉਹਦੇ ਅਨੁਸਾਰ ਜਿਹੜਾ tan ਨੂੰ cot ਦੇ ਵਿੱਚ ਬਦਲ ਲਵਾਂਗੇ। ਠੀਕ ਹੈ, तो पहला साडे कोल tan 48 डिग्री का tan 48 डिग्री ही रहेगा। ਜਿਹੜਾ ਸਾਡੇ ਕੋਲ टेंजेंट 42 है ਇਹਨੂੰ ਅਸੀਂ ਲਿਖ ਦਾਂਗੇ cot और 42 ਦੀ ਜਗ੍ਹਾ ਤੇ ਸਾਡੇ ਕੋਲ ਇਹਦਾ ਪੂਰਕ ਕੋਣ ਆ ਜਾਏਗਾ ਭਾਵ 90 डिग्री माइनस 42 डिग्री। ठीक है, ਇਸੇ ਢੰਗ ਦੇ ਨਾਲ ਜਿਹੜੇ ਦੂਸਰੇ ਕੋਣ ਨੇ ਇਹਦੇ ਵਿੱਚ tan 23 डिग्री ਨੂੰ ਅਸੀਂ ਐਵੇਂ ਲਿਖ ਲੈਂਦੇ ਹਾਂ ਤੇ tan 67 डिग्री ਨੂੰ ਆਪਾਂ ਲਿਖ ਲਾਂਗੇ cot, ਇਹਨੂੰ tan 67 डिग्री ਨੂੰ ਅਸੀਂ ਲਿਖ ਲਾਂਗੇ cot ਤੇ 67 ਦਾ ਪੂਰਕ ਕੋਣ 90 डिग्री माइनस 67 डिग्री। ठीक है, तो ਇਹਦਾ ਕਾਰਨ ਜਿਹੜਾ ਉਹ ਸਾਨੂੰ ਪਤਾ ਹੈ ਉਹ ਅਸੀਂ ਨਾਲ ਇੱਥੇ ਜ਼ਰੂਰ ਲਿਖ ਦੇਣਾ ਹੈ ਕਿ टेंजेंट ऑफ A मतलब tan A ਜਿਹੜਾ ਹੈ ਸਾਡੇ ਕੋਲ cot 90 डिग्री माइनस A ਦੇ ਸਮਾਨ ਹੁੰਦਾ ਹੈ। ठीक है, तो ਹੁਣ ਅਗਲੇ ਸਟੈਪ ਦੇ ਵਿੱਚ ਸਾਡੇ ਕੋਲ ਕੀ ਬਣੇਗਾ tan 48 डिग्री ਦਾ tan 48 डिग्री ही रहेगा cot 90 डिग्री माइनस cot 90 डिग्री माइनस 42 डिग्री, तो 90 ਚੋਂ 42 ਅਸੀਂ ਘਟਾਵਾਂਗੇ ਸਾਡੇ ਕੋਲ ਬਣ ਜਾਏਗਾ cot 48 डिग्री। ठीक है, ਇਸੇ ਢੰਗ ਦੇ ਨਾਲ ਜਿਹੜਾ tan 23 डिग्री ਹੈ ਇਹਨੂੰ ਅਸੀਂ ਐਵੇਂ ਰੱਖ ਲਾਂਗੇ ਔਰ ਜਿਹੜਾ ਕੋਟੀਂਜੈਂਟ ਆਫ 90 डिग्री माइनस 67 ਹੈ ਇਹਦੇ ਵਿੱਚੋਂ 90 ਚੋਂ 67 ਅਸੀਂ ਘਟਾਵਾਂਗੇ ਸਾਡੇ ਕੋਲ cot 23 डिग्री ਬਣ ਜਾਏਗਾ। ਸੋ ਹੁਣ ਸਾਨੂੰ ਇਸ ਚੀਜ਼ ਦਾ ਪਤਾ ਹੈ ਕਿ tan ਤੇ cot ਇਹ ਦੋਨੋਂ ਇੱਕ ਦੂਜੇ ਦੇ ਉਲਟ ਕਰਮ ਨੇ। ਸੋ tan 48 डिग्री ਨਾਲ cot 48 ਨੂੰ ਅਸੀਂ ਲਿਖ ਸਕਦੇ ਹਾਂ 1/tan 48 डिग्री 1/tan 48 डिग्री। ठीक है, ਇਸੇ ਢੰਗ ਦੇ ਨਾਲ tan 23 डिग्री ਨੂੰ tan 23 डिग्री ਹੀ ਅਸੀਂ ਲਿਖ ਲਾਂਗੇ, ਪਰ ਜਿਹੜਾ cot 23 डिग्री ਹੈ ਇਹਨੂੰ ਅਸੀਂ ਲਿਖ ਲਵਾਂਗੇ 1/tan 23 डिग्री। ठीक है, ਨਾਲ ਅਸੀਂ ਇਹਦਾ ਜਿਹੜਾ ਰੀਜ਼ਨ ਹੈ ਉਹ ਜ਼ਰੂਰ ਇੱਥੇ ਲਿਖ ਦੇਣਾ ਹੈ। ਕਿਉਂ? ਕਿਉਂਕਿ ਜਿਹੜਾ cot ਥੀਟਾ ਹੁੰਦਾ ਹੈ ਸਾਡੇ ਕੋਲ ਇਹਦੀ ਕੀਮਤ 1/tan ਥੀਟਾ ਦੇ ਸਮਾਨ ਹੁੰਦੀ ਹੈ। ठीक है, ਸੋ ਅਗਲੇ ਸਟੈਪ ਦੇ ਵਿੱਚ ਹੁਣ tan 48 डिग्री tan 48 डिग्री ਇਹ ਦੋਨੋਂ ਕੱਟੇ ਜਾਣਗੇ tan 23 डिग्री tan 23 डिग्री ਇਹ ਵੀ ਕੱਟੇ ਜਾਣਗੇ ਤੇ ਸਾਡੇ ਕੋਲ ਇੱਥੇ ਬਚੇਗਾ ਉੱਤਰ ਬਰਾਬਰ 1। ठीक है, तो ਇਸ ਢੰਗ ਦੇ ਨਾਲ ਜਿਹੜਾ ਸਾਨੂੰ ਐਕਸਪ੍ਰੈਸ਼ਨ ਦਿੱਤਾ ਹੋਇਆ ਸੀ tan 48 डिग्री tan 23 डिग्री tan 42 डिग्री tan 67 डिग्री ਇਹਦੀ ਕੀਮਤ ਜਦੋਂ ਅਸੀਂ ਦੇਖੀ ਖੱਬੇ ਪਾਸੇ ਨੂੰ ਲੈ ਕੇ ਹੱਲ ਕਰਨਾ ਸ਼ੁਰੂ ਕੀਤਾ ਤਾਂ ਇਹ ਸਾਡੇ ਕੋਲ 1 ਦੇ ਸਮਾਨ ਹੋ ਜਾਂਦਾ ਹੈ। ठीक है, तो ਇਹ ਸਾਡੇ ਕੋਲ ਕੀ ਬਣ ਜਾਂਦਾ ਇੱਥੇ ਸੱਜਾ ਪਾਸਾ, ਭਾਵ ਜੋ ਸਾਨੂੰ ਦਿੱਤਾ ਹੋਇਆ ਸੀ ਖੱਬਾ ਪਾਸਾ ਉਹ ਸੱਜੇ ਪਾਸੇ ਦੇ ਬਰਾਬਰ ਹੀ। ਠੀਕ ਹੈ, ਸੋ ਅਸੀਂ ਇੱਥੇ ਲਿਖ ਸਕਦੇ ਹਾਂ कि tan 48 डिग्री
गुणा tan 23 डिग्री, tan 42 डिग्री गुणा tan 67 डिग्री, ਇਹਦੀ ਕੀਮਤ ਸਾਡੇ ਕੋਲ 1 ਦੇ ਬਰਾਬਰ ਹੈ। ਠੀਕ ਹੈ, तो इस ढंग ਦੇ ਨਾਲ ਇਹ ਸਾਡੇ ਕੋਲ ਜਿਹੜਾ ਸਿੱਧ ਹੋ ਜਾਂਦਾ ਹੈ। ਠੀਕ, ਇਸੇ ਢੰਗ ਦੇ ਨਾਲ ਸਾਡੇ ਕੋਲ ਦੂਸਰਾ ਸਵਾਲ ਹੈ, ਇਹਨੂੰ ਵੀ ਅਸੀਂ ਹੱਲ ਕਰ ਸਕਦੇ ਹਾਂ। cos 38 डिग्री cos 52 डिग्री है, sin 38 डिग्री sin 52 डिग्री है, बराबर ने ਸਾਡੇ ਕੋਲੇ 0 ਦੇ। तो ਦੂਜੇ ਭਾਗ ਨੂੰ ਹੱਲ ਕਰਦੇ ਹਾਂ ਅਸੀਂ। ਹੱਲ ਇਹਦੇ ਵਿੱਚ ਜਿਹੜਾ ਖੱਬਾ ਪਾਸਾ ਹੈ ਉਹ ਸਾਡੇ ਕੋਲ ਤੁਸੀਂ ਦੇਖ ਸਕਦੇ ਹੋ cos 38 डिग्री cos 52 डिग्री माइनस sin 38 डिग्री sin 52 डिग्री। तो ਇਹਦੇ ਚ ਅਸੀਂ ਦੇਖ ਸਕਦੇ ਹਾਂ ਜਿਹੜਾ 38 ਤੇ 52 ਕੋਣ ਨੇ, ਇਹਨਾਂ ਦਾ ਮਾਪ ਜਿਹੜਾ ਹੈ ਇਹ ਸਾਡੇ ਕੋਲ ਪੂਰਕ ਕੋਣ ਬਣਦੇ ਨੇ। ਠੀਕ ਹੈ, ਕਿਉਂਕਿ ਇਹਨਾਂ ਦਾ ਜੋੜ ਜਿਹੜਾ ਸਾਡੇ ਕੋਲ 90 डिग्री है। तो cos 38 ਨੂੰ cos 38 ਰਹਿਣ ਦਿੰਦੇ ਅਸੀਂ, ਇਸੇ ਤਰ੍ਹਾਂ cos 52 ਨੂੰ ਵੀ cos 52 डिग्री ही ਰਹਿਣ ਦਿੰਦੇ ਹਾਂ। ਦੋਨਾਂ ਦੇ ਵਿੱਚੋਂ ਅਸੀਂ ਇੱਕ ਨੂੰ ਚੇਂਜ ਕਰਨਾ ਹੈ। ਠੀਕ ਹੈ, तो साइन ਜਿਹੜਾ ਇਹਦੇ ਵਿੱਚ ਸਾਡੇ ਕੋਲ 38 ਤੇ 52 ਉਹ ਸੇਮ ਕੋਣ ਨੇ, ਸਾਡੇ ਕੋਲ ਪੂਰਕ ਕੋਣ ਨੇ, ਇਹਦੇ ਵਿੱਚ ਅਸੀਂ sin ਨੂੰ cos ਦੇ ਵਿੱਚ ਬਦਲਾਂਗੇ ਤਾਂ ਇਹ ਸਾਡੇ ਕੋਲ ਬਣ ਜਾਏਗਾ cos 38 ਦਾ ਪੂਰਕ ਕੋਣ ਬਣੇਗਾ 90 डिग्री माइनस 38 डिग्री। ਇਸੇ ਢੰਗ ਦੇ ਨਾਲ sin 52 ਹੈ तो sin ਦਾ ਜਿਹੜਾ 52 ਦਾ ਪੂਰਕ ਕੋਣ ਹੈ ਉਹ ਸਾਡੇ ਕੋਲ ਬਣ ਜਾਏਗਾ 90 डिग्री माइनस 52 डिग्री। तो ਇਹ ਹੱਲ ਕਰਨ ਤੇ ਸਾਡੇ ਕੋਲ ਬਣੇਗਾ cos 38 डिग्री, ਇਹ ਸਾਡੇ ਕੋਲ cos 52 डिग्री है। इस तो बाद cos 90 डिग्री माइनस 38 डिग्री ये भी साढ़े कुल cos 52 डिग्री बन जाएगा और ये साढ़े कुल cos 38 डिग्री बन जाएगा। सो देख सकते हो दोनों टर्म ਜਿਹੜੀਆਂ ਸਾਡੇ ਕੋਲ ਬਿਲਕੁਲ ਇੱਕ ਦੂਜੇ ਦੇ ਬਰਾਬਰ ਨੇ, तो ਭਾਵ ਇਹ ਸਾਡੇ ਕੋਲ 0 ਦੇ ਬਰਾਬਰ ਹੋ ਜਾਏਗਾ, ਜੋ ਕਿ ਸਾਡੇ ਕੋਲ ਸੱਜਾ ਪਾਸਾ ਹੈ। ठीक है, तो इस तरह ਅਸੀਂ ਦੇਖਿਆ ਸਵਾਲ ਦੇ ਵਿੱਚ ਵਾਕਈ ਸਾਡੇ ਕੋਲ ਜਿਹੜਾ ਇਹ ਐਕਸਪ੍ਰੈਸ਼ਨ ਹੈ ਇਹਦੀ ਜਿਹੜੀ ਕੀਮਤ ਹੈ ਇਹਨੂੰ ਹੱਲ ਕਰਨ ਤੇ ਜਿਹੜਾ ਇਹਦਾ ਮੁੱਲ ਹੈ ਉਹ ਸਾਡੇ ਕੋਲ 0 ਬਣ ਜਾਂਦਾ ਹੈ। ठीक है, सो cos 38 डिग्री cos 52 डिग्री माइनस sin 38 डिग्री sin 52 डिग्री ये ਸਾਡੇ ਕੋਲ ਬਰਾਬਰ ਹੈ 0 ਦੇ। ठीक है, तो ये भी इस ढंग ਦੇ ਨਾਲ ਅਸੀਂ ਸਿੱਧ ਕਰ ਲੈਣੇ। ठीक, तो आओ इस तो बाद अगला सवाल देखते हैं। अगला सवाल ਸਾਡੇ ਕੋਲ है, जेकर tan 2a बराबर cot a माइनस 18 डिग्री है, जिथे 2a एक न्यून कोण है ਤਾਂ a ਦਾ ਮੁੱਲ ਪਤਾ ਕਰੋ। ठीक है, तो आओ ਇਹਨੂੰ ਆਪਾਂ ਹੱਲ ਕਰਦੇ हैं। देता है tan 2a बराबर cot a माइनस 18 डिग्री। ठीक है, तो ਇਹਦੇ ਵਿੱਚੋਂ ਹੁਣ ਅਸੀਂ ਕੀ ਕਰਨਾ ਹੈ, ਖੱਬੇ ਪਾਸੇ ਸਾਡੇ ਕੋਲ ਟੈਂਜੈਂਟ ਹੈ, ਸੱਜੇ ਪਾਸੇ ਸਾਡੇ ਕੋਲ ਕੋਟੈਂਜੈਂਟ ਹੈ। तो ਪੂਰਕ ਕੋਣਾਂ ਦੇ ਗੁਣ ਨੂੰ ਵਰਤ ਕੇ ਅਸੀਂ tan ਨੂੰ ਜਿਹੜਾ cot ਦੇ ਵਿੱਚ ਕਨਵਰਟ ਕਰ ਲਾਂਗੇ, ਬਦਲ ਲਵਾਂਗੇ, ਸਾਡੇ ਕੋਲ ਬਣ ਜਾਏਗਾ cot 90 डिग्री माइनस 2a। 2a ਸਾਨੂੰ ਇੱਥੇ ਨਿਊਨ ਕੋਣ ਦਿੱਤਾ ਹੋਇਆ ਹੈ। ठीक है, तो ਅਸੀਂ ਇਹ ਚੀਜ਼ ਇਹ ਨਿਯਮ ਜਿਹੜਾ ਇੱਥੇ ਯੂਜ਼ ਕਰ ਸਕਦੇ ਹਾਂ। ਸੱਜੇ ਪਾਸੇ ਸਾਡੇ ਕੋਲ cot a माइनस 18 डिग्री है। ठीक है, तो ਇਹਦਾ ਕਾਰਨ ਵੀ ਅਸੀਂ ਇੱਥੇ ਲਿਖ ਲੈਣੇ ਆ, ਕਿਉਂਕਿ ਜਿਹੜਾ tan थीटा है ਸਾਡੇ ਕੋਲ थीटा ਦੀ ਜਗ੍ਹਾ ਤੇ a ਵੀ ਆਪਾਂ ਲਿਖ ਸਕਦੇ ਹਾਂ। ठीक है, tan थीटा ਦੀ ਕੀਮਤ ਜਿਹੜੀ ਹੈ ਉਹ ਸਾਡੇ ਕੋਲ cot 90 डिग्री माइनस थीटा ਦੇ ਬਰਾਬਰ ਹੁੰਦੀ ਹੈ। ठीक है, थीटा ਦੀ ਜਗ੍ਹਾ ਤੇ ਕੋਈ ਵੀ ਨਿਊਨ ਕੋਣ ਹੋ ਸਕਦਾ ਹੈ। तो ਇਹਦੇ ਚ ਹੁਣ ਤੁਸੀਂ ਦੇਖ ਸਕਦੇ ਹੋ ਦੋਨਾਂ ਦੇ ਵਿੱਚ ਖੱਬੇ ਪਾਸੇ ਸਾਡੇ ਕੋਲ cot ਹੈ, ਸੱਜੇ ਪਾਸੇ ਵੀ cot ਹੈ। तो cot ਨੂੰ ਜੇਕਰ ਅਸੀਂ ਹਟਾ ਦਿੰਨੇ ਆ, ਦੋਨੋਂ ਪਾਸਿਆਂ ਤੋਂ ਹਟਾ ਸਕਦੇ ਹਾਂ ਅਸੀਂ, तो ਸਾਡੇ ਕੋਲ 90 डिग्री माइनस 2a बराबर a माइनस 18 डिग्री बन जाएगा। ठीक है, तो ਹੁਣ ਅਸੀਂ ਇਹਨੂੰ ਅੱਗੇ ਫਰਦਰ ਹੱਲ ਕਰਨਾ ਹੈ। a ਦੀ ਕੀਮਤ ਪਤਾ ਕਰਨ ਦੇ ਲਈ 18 ਨੂੰ ਇੱਧਰ ਸ਼ਿਫਟ ਕਰਾਂਗੇ ਖੱਬੇ ਪਾਸੇ, ਸਾਡੇ ਕੋਲ ਜਮਾ 18 ਹੋ ਜਾਏਗਾ। a ਸਾਡੇ ਕੋਲ ਇੱਧਰ ਹੈ ਸੱਜੇ ਪਾਸਿਓਂ, ਖੱਬੇ ਪਾਸੇ ਤੋਂ a ਨੂੰ ਅਸੀਂ ਸੱਜੇ ਪਾਸੇ ਲੈ ਕੇ ਜਾਵਾਂਗੇ, ਸਾਡੇ ਕੋਲ 2a ਹੋ ਜਾਏਗਾ। a ਸਾਡੇ ਕੋਲ 108 डिग्री बराबर
3a ਦੇ ਸਮਾਨ ਹੋ ਜਾਏਗਾ और ਇਹਦੇ ਵਿੱਚੋਂ a ਦੀ ਕੀਮਤ ਜਿਹੜੀ ਉਹ ਅਸੀਂ ਪਤਾ ਕਰ ਲਾਂਗੇ 108 ਨੂੰ 3 ਦੇ ਨਾਲ ਭਾਗ ਕਰਨ ਤੋਂ ਬਾਅਦ। तो 108 ਨੂੰ ਜੇਕਰ ਅਸੀਂ 3 ਦੇ ਨਾਲ ਭਾਗ ਕਰਦੇ ਹਾਂ ਸਾਡੇ ਕੋਲ ਬਣ ਜਾਏਗਾ 36 ਡਿਗਰੀ। ਸੋ a ਦੀ ਜਿਹੜੀ ਕੀਮਤ ਹੈ ਸਾਡੇ ਕੋਲ ਉਹ ਬਣ ਜਾਂਦੀ ਹੈ 36 ਡਿਗਰੀ। ਠੀਕ, ਸੋ ਇਸ ਢੰਗ ਦੇ ਨਾਲ ਇਹੋ ਜਿਹੇ ਸਵਾਲਾਂ ਨੂੰ ਆਪਾਂ ਹੱਲ ਕਰ ਸਕਦੇ ਹਾਂ। ਪਿਛਲੇ ਲੈਕਚਰ ਦੇ ਵਿੱਚ ਵੀ ਆਪਾਂ ਇਹੋ ਜਿਹਾ ਹੀ ਇੱਕ ਸਵਾਲ ਜਿਹੜਾ ਉਹ ਹੱਲ ਕੀਤਾ ਸੀ। ਠੀਕ ਹੈ ਸਟੂਡੈਂਟਸ, ਇਸ ਤੋਂ ਅੱਗੇ ਦੇਖਦੇ ਹਾਂ। ਇਸ ਤੋਂ ਅੱਗੇ ਸਾਡੇ ਕੋਲ ਹੈ ਜੇਕਰ tan a ਬਰਾਬਰ cot b ਹੋਵੇ ਤਾਂ ਸਿੱਧ ਕਰੋ ਕਿ a ਜਮਾ b ਬਰਾਬਰ 90 ਡਿਗਰੀ ਹੋਵੇਗਾ। तो ਅਸੀਂ ਸ਼ੁਰੂ ਕਰਾਂਗੇ ਜੋ ਵੀ ਸਾਨੂੰ ਇੱਥੇ ਦਿੱਤਾ ਹੋਇਆ tan a ਬਰਾਬਰ cot b। तो tan ਨੂੰ cot ਦੇ ਵਿੱਚ ਬਦਲਿਆ ਜਾ ਸਕਦਾ ਹੈ, cot ਨੂੰ tan ਦੇ ਵਿੱਚ ਬਦਲਿਆ ਜਾ ਸਕਦਾ ਹੈ ਪੂਰਕ ਕੋਣਾਂ ਦੇ ਦੀ ਵਰਤੋਂ ਕਰਕੇ। तो ਇਹ ਸਾਡੇ ਕੋਲ tan a ਬਰਾਬਰ cot ਨੂੰ ਅਸੀਂ ਲਿਖ ਸਕਦੇ ਹਾਂ tan 90 डिग्री माइनस b बन जाएगा। ठीक है, ਹੁਣ ਦੋਨੋਂ ਸਾਈਡ ਜੇਕਰ ਸਾਡੇ ਕੋਲ tan ਹੈ ਤਾਂ tan ਨੂੰ ਅਸੀਂ ਹਟਾ ਸਕਦੇ ਹਾਂ। तो ਕੋਣ ਜਿਹੜੇ ਸਾਡੇ ਕੋਲ ਦੋਨੋਂ ਪਾਸੇ ਬਰਾਬਰ ਆ ਜਾਣਗੇ a ਬਰਾਬਰ 90 डिग्री माइनस b आ जाएगा। b ਨੂੰ ਅਸੀਂ ਸੱਜੇ ਪਾਸੇ b ਨੂੰ ਅਸੀਂ ਖੱਬੇ ਪਾਸੇ ਸ਼ਿਫਟ ਕਰ ਦਾਂਗੇ ਸਾਡੇ ਕੋਲ a ਜਮਾ b ਬਰਾਬਰ 90 डिग्री बन जाएगा। तो यही ਅਸੀਂ सिद्ध करना सी, सिद्ध किया। ठीक है, तो ਅਸੀਂ ਦੇਖਿਆ ਕਿ ਕਿੰਨਾ ਸੌਖਾ ਇਹ ਸਵਾਲ ਹੈ, ਕਿੰਨੀ ਆਸਾਨੀ ਦੇ ਨਾਲ ਅਸੀਂ ਇਹਨੂੰ ਕਰ ਸਕਦੇ ਹਾਂ। ਠੀਕ ਹੈ, ਇੱਥੇ ਅਸੀਂ ਰੂਲ ਜਿਹੜਾ ਯੂਜ਼ ਕੀਤਾ, ਨਿਯਮ ਜਿਹੜਾ ਯੂਜ਼ ਕੀਤਾ ਉਹ ਵੀ ਆਪਾਂ ਲਿਖ ਸਕਦੇ ਹਾਂ ਕਿ cot थीटा बराबर tan 90 डिग्री माइनस थीटा हो। ठीक, तो इस तो बाद अगला सवाल है साडे कोल पंजवां। जेकर सीकेंट 4a बराबर कोसीकेंट a घटाओ 20 डिग्री है जिथे 4a एक न्यून कोण है ਤਾਂ a ਦਾ ਮੁੱਲ ਪਤਾ ਕਰੋ। ठीक है, तो ਇਹਦੇ ਵਿੱਚ ਅਸੀਂ ਸੀਕੈਂਟ ਨੂੰ ਕੋਸੀਕੈਂਟ ਦੇ ਵਿੱਚ ਬਦਲ ਸਕਦੇ ਹਾਂ ਪੂਰਕ ਕੋਣਾਂ ਦੇ ਨਿਯਮ ਨੂੰ ਵਰਤ ਕੇ ਬੜੀ ਆਸਾਨੀ ਦੇ ਨਾਲ। तो ਜਿਵੇਂ ਅਸੀਂ ਇਹ ਤੀਜੇ ਸਵਾਲ ਦੇ ਵਿੱਚ ਟੈਂਜੈਂਟ ਨੂੰ ਕੋਟੈਂਜੈਂਟ ਦੇ ਵਿੱਚ ਬਦਲ ਕੇ ਇਹਦੇ ਵਿੱਚੋਂ a ਦੀ ਅਸੀਂ ਕੀਮਤ ਪਤਾ ਕੀਤੀ ਸੀ। ਠੀਕ ਹੈ, ਇਸੇ ਢੰਗ ਦੇ ਨਾਲ ਇਸ ਸਵਾਲ ਦੇ ਵਿੱਚ ਅਸੀਂ ਸੀਕੈਂਟ ਨੂੰ ਕੋਸੀਕੈਂਟ ਦੇ ਵਿੱਚ ਬਦਲ ਕੇ a ਦੀ ਜਿਹੜੀ ਕੀਮਤ ਹੈ ਇਥੋਂ ਬੜੀ ਆਸਾਨੀ ਦੇ ਨਾਲ ਇਹਦਾ ਮੁੱਲ ਹੈ ਉਹ ਪਤਾ ਕਰ ਸਕਦੇ ਹਾਂ। 4a ਸਾਨੂੰ ਨਿਊਨ ਕੋਣ ਇੱਥੇ ਦਿੱਤਾ ਹੋਇਆ, ਇਸ ਕਰਕੇ ਇਹਦੇ ਤੇ ਅਸੀਂ ਨਿਯਮ ਜਿਹੜੇ ਉਹ ਲਾਗੂ ਕਰ ਸਕਦੇ ਹਾਂ। ਸੋ ਪੰਜਵੇਂ ਸਵਾਲ ਨੂੰ ਅਸੀਂ ਹੱਲ ਕਰਦੇ ਹਾਂ। ਸਾਨੂੰ ਦਿੱਤਾ ਹੈ ਸੋ ਸਾਨੂੰ ਇਹਦੇ 'ਚ ਅਸੀਂ a ਦਾ ਮੁੱਲ ਪਤਾ ਕਰਨਾ ਹੈ। 4a ਜਿਹੜਾ ਸਾਡੇ ਕੋਲ ਇੱਕ ਨਿਊਨ ਕੋਣ ਹੈ, ਤੋਂ ਇੱਥੋਂ ਸ਼ੁਰੂ ਕਰਾਂਗੇ ਅਸੀਂ ਸੀਕੈਂਟ 4a बराबर कोसीकेंट a घटाओ 20 डिग्री। ठीक है, तो ਇਹਦੇ ਵਿੱਚ ਸੀਕੈਂਟ ਨੂੰ ਅਸੀਂ ਕੋਸੀਕੈਂਟ ਦੇ ਵਿੱਚ ਜੇਕਰ ਬਦਲਣਾ ਹੋਵੇ ਤਾਂ ਅਸੀਂ 4a ਦਾ ਪੂਰਕ ਕੋਣ ਜਿਹੜਾ ਇੱਥੇ ਵਰਤ ਸਕਦੇ ਹਾਂ। ਤਾਂ ਕੋਸੀਕੈਂਟ ਇਹ ਬਣ ਜਾਏਗਾ ਸਾਡੇ ਕੋਲ 90 डिग्री माइनस 4a बराबर कोसीकेंट a माइनस 20 डिग्री। ठीक है, तो ਇਹ ਕੋਣ ਸਾਡੇ ਕੋਲ ਨਿਊਨ ਕੋਣ ਨੇ। तो न्यून कोण 0 ਤੋਂ 90 ਦੇ ਵਿਚਕਾਰ ਜੇਕਰ ਸਾਡੇ ਕੋਲ ਦੋ ਅਨੁਪਾਤਾਂ ਦੀ ਕੀਮਤ ਬਰਾਬਰ ਹੈ, ਦੋਨੋਂ ਸਾਈਡ ਸਾਡੇ ਕੋਲ ਜਿਹੜਾ ਅਨੁਪਾਤ ਹੈ ਉਹ ਕੋਸੀਕੈਂਟ ਹੈ, ਤਾਂ ਇਹਨਾਂ ਦੇ ਕੋਣ ਵੀ ਜਿਹੜੇ ਉਹ ਬਰਾਬਰ ਹੋਣੇ ਚਾਹੀਦੇ ਨੇ। तो ਇਹਦੇ ਤੋਂ ਸਾਡੇ ਕੋਲ ਇਹ ਬਣੇਗਾ 90 डिग्री माइनस 4a बराबर a माइनस 20 डिग्री। ठीक है, तो ਇਹਦੇ ਵਿੱਚੋਂ ਅਸੀਂ ਹੁਣ a ਦੀ ਕੀਮਤ ਪਤਾ ਕਰਨੀ ਹੈ। ਸਿੰਪਲ ਕੈਲਕੂਲੇਸ਼ਨ ਹੈ ਆਪਣੇ ਕੋਲ। ਇਹ 90 डिग्री 20 ਨੂੰ ਇੱਧਰ ਲਿਆਵਾਂਗੇ प्लस 20 डिग्री हो जाएगा ਸਾਡੇ ਕੋਲ, और सज्जे पासे ਸਾਡੇ ਕੋਲ a जमा 4a हो जाएगा। तो ये बन जाता है साढ़े कोल 110 डिग्री बराबर a जमा 4a, ये साढ़े कोल 5a हो जाएगा। ਇਹਦੇ ਵਿੱਚੋਂ ਅਸੀਂ a ਦੀ ਕੀਮਤ ਜੇਕਰ ਪਤਾ ਕਰਨੀ ਹੋਈ ਤਾਂ 110 डिग्री ਨੂੰ 5 ਦੇ ਨਾਲ ਅਸੀਂ ਭਾਗ ਕਰਾਂਗੇ। तो a ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ ਆ ਜਾਏਗੀ 22 डिग्री। ठीक है विद्यार्थियों, ਇਹ ਸਾਡੇ ਕੋਲ ਇਸ ਸਵਾਲ ਦਾ ਉੱਤਰ ਹੈ। ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਮਝ ਆਇਆ ਹੋਵੇਗਾ। ਇਸ ਤੋਂ ਬਾਅਦ ਇੰਪੋਰਟੈਂਟ ਕੁਐਸਚਨ ਹੈ ਜੇਕਰ a b ਅਤੇ c ਤ੍ਰਿਭੁਜ ABC ਦੇ ਅੰਦਰੂਨੀ ਕੋਣ ਹਨ ਤਾਂ ਦਿਖਾਓ ਕਿ sin b ਜਮਾ c ਵਟਾ 2 ਬਰਾਬਰ cos a ਵਟਾ 2 ਹੈ। ਠੀਕ ਹੈ, ਇਹ ਦੋਨਾਂ ਨੂੰ ਅਸੀਂ ਬਰਾਬਰ ਜਿਹੜਾ ਉਹ ਸਿੱਧ ਕਰਨਾ ਹੈ। ਆਓ ਦੇਖਦੇ ਹਾਂ ਇਹਨੂੰ ਅਸੀਂ ਕਿਵੇਂ ਹੱਲ ਕਰਾਂਗੇ।
तो सब तो पहला क्योंकि ए बी सी साडे कोल एक त्रिभुज दे कोण ने, अंदरले कोण ने, तो असी जाणदे हां कि त्रिभुज दे अंदरले तीनों कोणां दा जोड़ बराबर 180 डिग्री। तो तीनों कोण जिहड़े ने साडे कोल दिते हुए ने ए बी सी, तो ए जमा बी जमा सी ये साडे कोल 180 डिग्री हो जाएगा। ਇਹਦੇ ਵਿੱਚੋਂ B ਤੇ C ਨੂੰ ਅਸੀਂ ਇੱਕ ਸਾਈਡ ਰੱਖਾਂਗੇ, A ਨੂੰ ਜਿਹੜਾ ਹੈ ਉਹ ਸੱਜੇ ਪਾਸੇ ਸ਼ਿਫਟ ਕਰ ਲਾਂਗੇ। ਸਾਡੇ ਕੋਲ B ਜਮਾ C ਬਰਾਬਰ 180 डिग्री माइनस A ਹੋ ਜਾਏਗਾ। ਠੀਕ ਹੈ, ਹੁਣ ਅਸੀਂ ਦੋਨੋਂ ਸਾਈਡ 2 ਦੇ ਨਾਲ ਭਾਗ ਕਰਾਂਗੇ ਅਗਲੇ ਸਟੈਪ ਦੇ ਵਿੱਚ। ਠੀਕ ਹੈ, ਦੋਨੋਂ ਪਾਸੇ ਸੱਜੇ ਪਾਸੇ ਤੇ ਖੱਬੇ ਪਾਸੇ 2 ਦੇ ਨਾਲ ਭਾਗ ਕਰਨ ਤੇ ਇਹ ਸਾਡੇ ਕੋਲ ਬਣ ਜਾਏਗਾ B ਜਮਾ C ਵਟਾ 2 ਬਰਾਬਰ 180 डिग्री माइनस A ਵਟਾ 2। ਠੀਕ ਹੈ, ਹੁਣ ਅਸੀਂ ਦੋਨੋਂ ਪਾਸੇ 2 ਦੇ ਨਾਲ ਭਾਗ ਕਰਨ ਤੋਂ ਬਾਅਦ ਦੋਨੋਂ ਪਾਸੇ ਅਸੀਂ ਸਾਈਨ ਜਿਹੜਾ ਲਵਾਂਗੇ, ਸਾਈਨ b ਜਮਾ c ਵਟਾ 2 ਸੱਜੇ ਪਾਸੇ ਸਾਈਨ 180 डिग्री माइनस a ਵਟਾ 2। ठीक है, तो दोनों पासे साइन लैण ते ये साडे कोल बन जाएगा साइन b जमा c वटा 2 बराबर साइन 180 डिग्री माइनस a वटा 2। ठीक है, तो इनू असी फर्दर लिख सकते हैं साइन b जमा c वटा 2 बराबर साइन, ਹੁਣ ਇਹਦੇ ਵਿੱਚ ਅਸੀਂ ਅੰਦਰ ਜਿਹੜੀ ਭਾਗ ਕਰਨੀ ਹੈ 180 ਨੂੰ 2 ਦੇ ਨਾਲ ਭਾਗ ਕਰਾਂਗੇ ਤੇ ਇੱਥੇ ਸਾਡੇ ਕੋਲ 90 डिग्री आ जाएगा माइनस a वटा 2 आ जाएगा। ठीक है, तो साइन 90 डिग्री माइनस a वटा 2 ਇਹ ਸਾਡੇ ਕੋਲ त्रिभुज ਦਾ ਕੋਣ ਹੈ, तो a ਵਟਾ 2 ਸਾਡੇ ਕੋਲ ਜਿਹੜਾ ਨਿਊਨ ਕੋਣ ਹੀ ਹੋਵੇਗਾ। ठीक है, तो सो ਇਹ ਸਾਡੇ ਕੋਲ ਬਣ ਜਾਏਗਾ cos 90 माइनस a वटा 2 ਦਾ ਪੂਰਾ ਕੋਣ ਸਾਡੇ ਕੋਲ a ਵਟਾ 2 ਹੋਏਗਾ। ठीक है, cos a वटा 2। ठीक, तो इत्थे ਅਸੀਂ लिख ਲੈਨੇ ਇਹਦਾ ਕਾਰਨ, क्योंकि साइन 90 डिग्री माइनस थीटा ਇਹ ਸਾਡੇ ਕੋਲ cos थीटा ਦੇ ਬਰਾਬਰ ਹੁੰਦਾ ਹੈ। ठीक है, ਤੀਜਾ ਅਸੀਂ ਸਿੱਧ ਕਰਨਾ ਸੀ साइन b जमा c ਵਟਾ 2 ਇਹ ਬਰਾਬਰ ਸਾਡੇ ਕੋਲ ਹੋ ਜਾਂਦਾ ਹੈ cos a ਵਟਾ 2 ਦੇ। ठीक है, सो सिद्ध ਕੀਤਾ। महत्वपूर्ण सवाल है, इसलिए इनू बड़े ध्यान दे नाल तुसी उतारिया होएगा, इनू दोबारा ਇਹਦਾ ਅਭਿਆਸ ਜ਼ਰੂਰ ਕਰਨਾ ਹੈ। ठीक है, क्योंकि ਇਹੋ ਜਿਹੇ ਸਵਾਲਾਂ ਦੇ ਵਿੱਚ ਸ਼ੁਰੂ ਕਿੱਥੋਂ ਕਰਨਾ ਹੈ ਉਹ ਕਈ ਵਾਰ ਬੱਚਿਆਂ ਨੂੰ ਨਹੀਂ ਪਤਾ ਲੱਗਦਾ। तो स्टार्टिंग ਜਿਹੜੀ ਉਹ ਸਾਡੇ ਕੋਲ ਤ੍ਰਿਭੁਜ ਦੇ ਅੰਦਰਲੇ ਕੋਣਾਂ ਦੇ ਜੋੜ ਦੇ ਜਿਹੜੇ ਗੁਣ ਤੋਂ ਹੋਏਗੀ, ਉਸ ਤੋਂ ਬਾਅਦ ਅੱਗੇ ਸਟੈਪ ਵਾਈਜ਼ ਆਪਾਂ ਇਹਨੂੰ ਹੱਲ ਇਸ ਢੰਗ ਦੇ ਨਾਲ ਕਰ ਸਕਦੇ ਹਾਂ। ठीक, ਇਸ ਤੋਂ ਬਾਅਦ ਅਗਲਾ ਸਵਾਲ ਸਾਡੇ ਕੋਲ ਹੈ sin 60 डिग्री cos 75 डिग्री ਨੂੰ 0 डिग्री ਅਤੇ 45 डिग्री ਦੇ ਵਿਚਕਾਰ ਦੇ ਕੋਣਾਂ ਦੇ ਤਿਕੋਣਮਿਤੀ ਅਨੁਪਾਤਾਂ ਦੇ ਪਦਾਂ ਵਿੱਚ ਦਰਸਾਓ। ਠੀਕ ਹੈ, ਸੋ ਸਾਨੂੰ ਦਿੱਤਾ ਹੈ sin 60 डिग्री जमा cos 75 डिग्री। तो ਇਹਦੇ ਵਿੱਚ ਅਸੀਂ ਪੂਰਕ ਕੋਣਾਂ ਦਾ ਨਿਯਮ ਜਿਹੜਾ ਵਰਤਾਂਗੇ ਸਵਾਲ ਨੂੰ ਹੱਲ ਕਰਨ ਦੇ ਲਈ। ਅਸੀਂ ਕੋਣਾਂ ਨੂੰ 0 डिग्री ਤੋਂ 45 डिग्री ਦੇ ਵਿਚਕਾਰ ਦੇ ਕੋਣਾਂ ਦੇ ਵਿੱਚ ਕਿਵੇਂ ਬਦਲਣਾ ਹੈ। ਸਾਈਨ ਨੂੰ ਅਸੀਂ ਬਦਲ ਸਕਦੇ ਹਾਂ ਕੋਸਾਈਨ ਦੇ ਵਿੱਚ, तो साइन ਸਾਡੇ ਕੋਲ ਬਣ ਜਾਏਗਾ cos और 67 डिग्री ਦਾ ਪੂਰਕ ਕੋਣ ਇੱਥੇ ਸਾਡੇ ਕੋਲ ਆ ਜਾਏਗਾ 90 डिग्री माइनस 67 डिग्री। ਇਸੇ ਢੰਗ ਦੇ ਨਾਲ cos ਨੂੰ ਅਸੀਂ ਬਦਲ ਸਕਦੇ ਹਾਂ ਸਾਈਨ ਦੇ ਵਿੱਚ, ਇਹ ਸਾਡੇ ਕੋਲ ਬਣੇਗਾ साइन और 75 डिग्री ਦਾ ਜਿਹੜਾ ਉਹ ਸਾਡੇ ਕੋਲ ਪੂਰਕ ਕੋਣ 90 डिग्री माइनस 75 डिग्री आ जाएगा। ठीक है, तो ਇੱਥੇ ਅਸੀਂ ਲਿਖ ਸਕਦੇ ਹਾਂ ਕਿਉਂ ਅਸੀਂ ਐਵੇਂ ਕੀਤਾ, क्योंकि साइन थीटा ਜਿਹੜਾ ਸਾਡੇ ਕੋਲ ਹੈ cos 90 डिग्री माइनस थीटा ਦੇ ਬਰਾਬਰ ਹੁੰਦਾ ਹੈ। cos थीटा ਸਾਡੇ ਕੋਲ sin 90 डिग्री माइनस थीटा ਦੇ ਬਰਾਬਰ ਹੁੰਦਾ ਹੈ।
ठीक। तो ये साडे कोल बन जाएगा cos 90 90 ਦੇ ਵਿੱਚੋਂ 67 ਜੇਕਰ ਅਸੀਂ ਘਟਾਉਨੇ ਆ ਤੇ ਇਹ ਸਾਡੇ ਕੋਲ ਬਣੇਗਾ 23 ਡਿਗਰੀ। तो cos 23 डिग्री सानू प्राप्त होएगा इत्थे। और दूसरे पद ਦੇ ਵਿੱਚ ਇਹ ਸਾਡੇ ਕੋਲ sin 90 डिग्री ਦੇ ਵਿੱਚੋਂ 75 ਜੇਕਰ ਅਸੀਂ ਘਟਾਵਾਂਗੇ ਤਾਂ ਇਹ ਸਾਡੇ ਕੋਲ ਬਚੇਗਾ 15 डिग्री। ठीक है, तो sin 67 डिग्री जमा cos 75 डिग्री ये साडे कोल बराबर लिखा जा सकता है cos 23 डिग्री जमा sin 15 डिग्री। ठीक है, तो ये नाल साडे कोल जिहड़े कोण सी वो 0 डिग्री तो 45 डिग्री के विचकार जिहड़े वो बदल गए ने, आपां देख सकते हैं 23 डिग्री ते 15 डिग्री। ठीक है, तो ये साडे कोल इस सवाल का उत्तर है। ठीक है बच्चों, सो मैनूं उम्मीद है कि सारे लैसन नूं तुसीं बहुत चंगे ढंग दे नाल सुनिया होएगा, हर एक क्वेश्चन नूं बहुत ध्यान दे नाल समझिया होएगा ते नोट भी कीता होएगा। ठीक है, तो इस तरह के सवाल तुसीं बड़ी आसानी दे नाल हल भी कर सकोगे। तुसीं जो भी तुहानूं असाइनमेंट इस टॉपिक दे नाल दी मिलेगी वो तुसीं जरूर हल करनी है। ठीक है विद्यार्थियों, तो अज दे लई इन्ना ही, फिर इस तो बाद अगले लैसन दे विच अगले टॉपिक दे नाल आपां मिलांगे। उदों तक सत श्री अकाल।